ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਦੀ। ਸਾਡੇ ਘਰ ਦੇ ਹਾਲ 'ਚ ਅੱਜ ਵੀ ਬਹੁਤ ਸਾਰੀਆਂ ਔਰਤਾਂ ਮੌਜੂਦ ਸਨ, ਜਿਨ੍ਹਾਂ 'ਚ ਕੁਝ ਤਾਂ ਲੜਕੀਆਂ ਸਨ ਜੋ ਘੱਟ ਉਮਰ ਦੀਆਂ ਤੇ ਨੌਜਵਾਨ ਸਨ ਤੇ ਜ਼ਿਆਦਾਤਰ ਤਮਾਸ਼ਾ ਦੇਖਣ ਆਈਆਂ ਸਨ। ਅੱਜ ਮੰਗਲਵਾਰ ਸੀ ਤੇ ਵਿਆਹ ਵਾਲਾ ਕਮਰਾ ਖੁੱਲ੍ਹਾ ਹੋਇਆ ਸੀ। ਇਹ ਸਾਡੇ ਘਰ ਦਾ ਉਹ ਕਮਰਾ ਸੀ ਜਿਸ 'ਚ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ। ਜ਼ਿਆਦਾਤਰ ਇਹ ਕਮਰਾ ਖਾਲੀ ਹੀ ਰਹਿੰਦਾ ਤੇ ਮਾਂ ਉਸ ਨੂੰ ਇੱਕ ਦਿਨ ਹੀ ਖੋਲ੍ਹਦੀ ਸੀ ਤੇ ਉਹ ਦਰਵਾਜ਼ਾ ਖੋਲ੍ਹਦੇ ਹੀ ਥੋੜ੍ਹੀ ਦੇਰ ਬਾਅਦ ਬੰਦ ਕਰ ਦਿੰਦੀ ਸੀ। ਮੇਰੀ ਮਾਂ ਤੋਂ ਬਹੁਤ ਸਾਰੀਆਂ ਔਰਤਾਂ ਪੂਜਾ ਕਰਵਾਉਣ ਆਉਂਦੀਆਂ ਸਨ। ਸਾਡੇ ਪਿੰਡ ਦਾ ਮਾਹੌਲ ਬਹੁਤ ਹੀ ਅਜੀਬ ਜਿਹਾ ਸੀ। ਅਸੀਂ ਅਜਿਹੀ ਜਗ੍ਹਾ 'ਤੇ ਰਹਿ ਰਹੇ ਸੀ ਜਿੱਥੇ ਸਿਰਫ ਮਰਦਾਂ ਦੀ ਮਰਜ਼ੀ ਚੱਲਦੀ ਸੀ ਤੇ ਉਹ ਔਰਤਾਂ 'ਤੇ ਜ਼ੁਲਮ ਕਰਦੇ ਸਨ। ਇਸ ਲਈ ਸਾਡੇ ਪਿੰਡ ਦੀਆਂ ਔਰਤਾਂ ਮੇਰੀ ਮਾਂ ਤੋਂ ਪੂਜਾ ਤੇ ਹਵਨ ਕਰਵਾਉਣ ਆਉਂਦੀਆਂ ਤਾਂ ਕਿ ਉਹਨਾਂ ਦੇ ਪਤੀ ਸਿੱਧੇ ਰਸਤੇ 'ਤੇ ਚੱਲਣ ਲੱਗਣ। ਜਦੋਂ ਮੈਂ ਉਹਨਾਂ ਔਰਤਾਂ ਨੂੰ ਦੇਖਦੀ ਤਾਂ ਮੈਂ ਸੋਚਦੀ ਕਿ ਪਤਾ ਨਹੀਂ ਵਿਆਹ ਤੋਂ ਬਾਅਦ ਮੇਰੇ ਨਾਲ ਕਿਹੋ ਜਿਹਾ ਵਰਤਾਅ ਹੋਏਗਾ। ਹਾਲਾਂਕਿ ਮੈਂ ਇੱਕ ਬਹੁਤ ਹੀ ਸ਼ਰੀਫ ਤੇ ਨੇਕ ਔਰਤ ਦੀ ਬੇਟੀ ਸੀ, ਪਰ ਅਜੇ ਤੱਕ ਮੇਰੇ ਲਈ ਕੋਈ ਰਿਸ਼ਤਾ ਨਹੀਂ ਆਇਆ ਸੀ। ਸ਼ਾਇਦ ਇਸ ਕਰਕੇ ਕਿ ਮੇਰੀ ਉਮਰ ਵੀ ਹੁਣ 26 ਸਾਲ ਦੀ ਹੋ ਗਈ ਸੀ ਤੇ ਮੇਰਾ ਰੰਗ ਵੀ ਸਾਂਵਲਾ ਸੀ। ਕੋਈ ਵੀ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ ਹੁੰਦਾ ਤੇ ਜੇਕਰ ਕੋਈ ਵਿਆਹ ਦੀ ਹਾਮੀ ਭਰ ਵੀ ਦਿੰਦਾ ਤਾਂ ਮੇਰੀ ਮਾਂ ਉਸ ਨੂੰ ਨਾ ਕਰ ਦਿੰਦੀ। ਮੈਨੂੰ ਆਪਣੀ ਮਾਂ ਦੇ ਮਨਾ ਕਰਨ ਦਾ ਕਾਰਨ ਮੈਨੂੰ ਸਮਝ ਨਹੀਂ ਆਉਂਦਾ ਸੀ। ਜਦੋਂ ਕਿ ਮੇਰੀ ਮਾਂ ਨੇ ਪਿਛਲੇ ਹਫ਼ਤੇ ਹੀ ਸਾਰਿਆਂ ਨੂੰ ਇਹ ਦੱਸਿਆ ਸੀ ਕਿ ਵਿਆਹ ਵਾਲੇ ਕਮਰੇ 'ਚ ਜੋ ਵੀ ਲੜਕੀ ਜਾਵੇਗੀ ਉਸ ਦਾ ਵਿਆਹ ਜਲਦੀ ਹੋ ਜਾਵੇਗਾ ਤੇ ਮੇਰੀ ਮਾਂ ਦੇ ਕਹੇ ਅਨੁਸਾਰ ਅਜਿਹਾ ਹੀ ਹੋਇਆ। ਪਿਛਲੀ ਵਾਰ ਮੇਰੀ ਗੁਆਂਢਣ ਅਤੇ ਸਹੇਲੀ ਸੀਮਾ ਜਦੋਂ ਇਸ ਕਮਰੇ 'ਚ ਗਈ ਤਾਂ ਉਸ ਤੋਂ ਅਗਲੇ ਹੀ ਦਿਨ ਸੀਮਾ ਦਾ ਵਿਆਹ ਹੋ ਗਿਆ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਸੀਮਾ ਕਿੱਥੇ ਗਈ ਹੈ। ਸੀਮਾ ਬਾਰੇ ਸਾਰੀਆਂ ਕੁੜੀਆਂ ਇੱਕ ਦੂਜੇ ਤੋਂ ਪੁੱਛਦੀਆਂ, ਪਰ ਉਸਨੇ ਕਿਸੇ ਨਾਲ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਕਿ ਉਸਦਾ ਵਿਆਹ ਕਿੱਥੇ ਹੋ ਰਿਹਾ ਹੈ। ਤੇ ਫਿਰ ਇੱਕ ਦਿਨ ਸਾਨੂੰ ਸਾਰੀਆਂ ਕੁੜੀਆਂ ਨੂੰ ਪਤਾ ਲੱਗਿਆ ਕਿ ਸੀਮਾ ਦਾ ਵਿਆਹ ਹੋ ਗਿਆ ਹੈ। ਸਾਰੀਆਂ ਕੁੜੀਆਂ ਪੁੱਛਦੀਆਂ ਰਹੀਆਂ ਕਿ ਸੀਮਾ ਦਾ ਵਿਆਹ ਕਿਸ ਨਾਲ ਹੋਇਆ ਹੈ, ਪਰ ਕਿਸੇ ਨੂੰ ਉਸ ਦੇ ਲਾੜੇ ਬਾਰੇ ਕੁਝ ਵੀ ਪਤਾ ਨਹੀਂ ਸੀ। ਸੀਮਾ ਅਗਲੇ ਹੀ ਦਿਨ ਪਿੰਡ ਤੋਂ ਦੂਰ ਚਲੀ ਗਈ ਤੇ ਅਸੀਂ ਸਾਰੀਆਂ ਉਸ ਨੂੰ ਦੇਖਦੀਆਂ ਰਹਿ ਗਈਆਂ। ਸੀਮਾ ਦੀ ਕਿਸਮਤ ਤੇ ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਸੜਦੀਆਂ ਸਨ, ਕਿਉਂਕਿ ਸਾਡੇ ਪਿੰਡ ਦਾ ਮਾਹੌਲ ਬਹੁਤ ਹੀ ਕੁੱਟਣ ਭਰਿਆ ਸੀ ਤੇ ਇੱਥੋਂ ਨਿਕਲਣਾ ਤਾਂ ਕਿਸੇ ਸਵਰਗ ਤੋਂ ਘੱਟ ਨਹੀਂ ਸੀ। ਸਾਡੇ ਇੱਥੇ ਮਰਦਾਂ ਦਾ ਰਾਜ ਚੱਲਦਾ ਸੀ, ਔਰਤਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਇਸੇ ਕਰਕੇ ਇੱਥੇ ਦੀ ਜ਼ਿੰਦਗੀ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਸੀ। ਖੈਰ, ਮੇਰੀ ਉਮਰ ਵੀ 26 ਸਾਲ ਦੀ ਹੋ ਚੁੱਕੀ ਸੀ ਤੇ ਅਜੇ ਤੱਕ ਮੇਰਾ ਰਿਸ਼ਤਾ ਨਹੀਂ ਹੋਇਆ ਸੀ। ਮੇਰੀ ਇੱਕ ਸਹੇਲੀ ਰੋਮਾ, ਜੋ ਬਹੁਤ ਚੰਗੀ ਸਹੇਲੀ ਸੀ ਤੇ ਮੈਨੂੰ ਚੰਗੀ ਤਰ੍ਹਾਂ ਜਾਣਦੀ ਸੀ, ਪਰ ਮੇਰਾ ਮਜ਼ਾਕ ਉਡਾਉਣ 'ਚ ਕੋਈ ਕਸਰ ਨਹੀਂ ਛੱਡਦੀ ਸੀ। ਇੱਕ ਦਿਨ ਸਾਰੀਆਂ ਸਹੇਲੀਆਂ ਸਾਹਮਣੇ ਹੱਸ ਕੇ ਬੋਲੀ ਕਿ ਮੇਰੀ ਮਾਂ ਨੇ ਤਾਂ ਵਿਆਹ ਵਾਲਾ ਕਮਰਾ ਖੋਲ੍ਹ ਰੱਖਿਆ ਹੈ, ਜਿੱਥੇ ਜਾਂਦੇ ਹੀ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ, ਤਾਂ ਫਿਰ ਉਹ ਤੈਨੂੰ ਕਿਉਂ ਇਸ ਵਿਆਹ ਵਾਲੇ ਕਮਰੇ 'ਚ ਨਹੀਂ ਭੇਜਦੀ ਤਾਂ ਕਿ ਕੋਈ ਤੇਰੇ ਨਾਲ ਵੀ ਵਿਆਹ ਕਰ ਲਵੇ ਤੇ ਤੂੰ ਵੀ ਇਸ ਪਿੰਡ ਤੋਂ ਦੂਰ ਚਲੀ ਜਾਵੇਂ। ਰੋਮਾ ਦੀ ਗੱਲ ਮੈਨੂੰ ਬਹੁਤ ਬੁਰੀ ਲੱਗੀ, ਪਰ ਮੈਂ ਵੀ ਇਹੀ ਗੱਲ ਸੋਚਦੀ ਸੀ, ਜੇਕਰ ਮਾਂ ਚਾਹੇ ਤਾਂ ਮੈਨੂੰ ਵੀ ਇਸ ਕਮਰੇ 'ਚ ਭੇਜ ਸਕਦੀ ਹੈ ਤਾਂ ਕਿ ਮੇਰਾ ਵੀ ਵਿਆਹ ਜਲਦੀ ਹੋ ਜਾਵੇ ਤੇ ਮੈਂ ਇਸ ਪਿੰਡ ਤੋਂ ਦੂਰ ਚਲੀ ਜਾਵਾਂ। ਪਰ ਜਦੋਂ ਮੈਂ ਆਪਣੀ ਮਾਂ ਨਾਲ ਇਸ ਸੰਬੰਧੀ ਗੱਲ ਕਰਦੀ ਤਾਂ ਉਹ ਭੜਕ ਉੱਠਦੀ। ਅਜਿਹਾ ਲੱਗਦਾ ਸੀ ਜਿਵੇਂ ਮੈਂ ਉਹਨਾਂ ਨਾਲ ਕੋਈ ਗਲਤ ਗੱਲ ਕਰ ਰਹੀ ਹਾਂ। ਮਾਂ, ਤੁਸੀਂ ਮੈਨੂੰ ਇਸ ਕਮਰੇ 'ਚ ਕਿਉਂ ਨਹੀਂ ਭੇਜਦੇ? ਸ਼ਾਇਦ ਮੇਰਾ ਵੀ ਵਿਆਹ ਹੋ ਜਾਵੇ ਤੇ ਮੈਂ ਇਸ ਪਿੰਡ ਦੀ ਘੁਟਨ ਭਰੀ ਜ਼ਿੰਦਗੀ ਤੋਂ ਦੂਰ ਚਲੀ ਜਾਵਾਂ। ਮੈਂ ਆਪਣੀ ਮਾਂ ਨੂੰ ਜਦੋਂ ਇਹ ਗੱਲ ਕਹੀ ਤਾਂ ਮਾਂ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਹਿਣ ਲੱਗੀ ਕਿ ਖਬਰਦਾਰ, ਜੇਕਰ ਅੱਜ ਤੋਂ ਬਾਅਦ ਤੂੰ ਇਹ ਗੱਲ ਆਖੀ, ਅੱਜ ਤੋਂ ਬਾਅਦ ਮੈਂ ਤੇਰੇ ਮੂੰਹੋਂ ਇਹ ਗੱਲ ਨਾ ਸੁਣਾ, ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਮਾਂ ਦੀ ਗੱਲ ਸੁਣ ਕੇ ਮੇਰਾ ਦਿਲ ਉਦਾਸ ਹੋ ਗਿਆ। ਮੇਰੀ ਮਾਂ ਨੇ ਪੂਰੇ ਪਿੰਡ ਦੀਆਂ ਕੁੜੀਆਂ ਦੇ ਵਿਆਹ ਦੀ ਚਿੰਤਾ ਸੀ, ਪਰ ਉਹਨਾਂ ਨੂੰ ਮੇਰੇ ਵਿਆਹ ਦੀ ਕੋਈ ਚਿੰਤਾ ਨਹੀਂ ਸੀ। ਮੈਂ ਆਪਣੀ ਮਾਂ ਨੂੰ ਕੁਝ ਨਾ ਕਿਹਾ ਤੇ ਚੁੱਪਚਾਪ ਰਹਿਣ ਲੱਗੀ, ਪਰ ਦਿਲ ਹੀ ਦਿਲ 'ਚ ਸੋਚ ਲਿਆ ਸੀ ਕਿ ਮੈਂ ਇਸ ਕਮਰੇ ਜ਼ਰੂਰ ਜਾਵਾਂਗੀ ਜਿੱਥੇ ਜਾਣ ਤੋਂ ਬਾਅਦ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ। ਅੱਜ ਵੀ ਮੰਗਲਵਾਰ ਸੀ ਤੇ ਮੇਰੇ ਘਰ 'ਚ ਬਹੁਤ ਰੌਲਾ ਪੈ ਰਿਹਾ ਸੀ। ਔਰਤਾਂ ਤੇ ਕੁੜੀਆਂ ਸਾਡੇ ਘਰ ਦੇ ਵੱਡੇ ਹਾਲ 'ਚ ਇਕੱਠੀਆਂ ਹੋਈਆਂ ਸਨ। ਮੇਰਾ ਦਾਦਾ ਇੱਕ ਕੋਨੇ 'ਚ ਬੈਠਾ ਹੋਇਆ ਸੀ। ਉਹਨਾਂ ਦੀਆਂ ਅੱਖਾਂ ਖੂਨ ਵਾਂਗ ਲਾਲ ਹੋ ਰਹੀਆਂ ਸਨ ਤੇ ਮੇਰੀ ਮਾਂ ਔਰਤਾਂ ਦੀਆਂ ਗੱਲਾਂ ਸੁਣ ਰਹੀ ਸੀ। ਥੋੜ੍ਹੀ ਦੇਰ ਬਾਅਦ ਜਦੋਂ ਦਾਦਾ ਉੱਠ ਕੇ ਉੱਥੋਂ ਚਲਾ ਗਿਆ, ਮਾਂ ਨੇ ਇਸ਼ਾਰੇ ਨਾਲ ਨੌਕਰਾਨੀ ਨੂੰ ਆਪਣੇ ਕੋਲ ਬੁਲਾਇਆ ਤੇ ਉਸਨੂੰ ਇਸ਼ਾਰਾ ਕੀਤਾ ਤੇ ਉਸਨੂੰ ਦੱਸਿਆ ਕਿ ਫਲਾਂ ਲੜਕੀ ਨੂੰ ਵਿਆਹ ਵਾਲੇ ਕਮਰੇ 'ਚ ਲੈ ਜਾ। ਮਾਂ ਦੇ ਕਹਿੰਦੇ ਹੀ ਉਹ ਨੌਕਰਾਨੀ ਉਸ ਲੜਕੀ ਨੂੰ ਤੇ ਉਸਦੀ ਮਾਂ ਨੂੰ ਵਿਆਹ ਵਾਲੇ ਕਮਰੇ 'ਚ ਲੈ ਗਈ। ਜਦੋਂ ਦੋਵੇਂ ਵਿਆਹ ਵਾਲੇ ਕਮਰੇ 'ਚੋਂ ਬਾਹਰ ਆਈਆਂ
ਤਾਂ ਉਹਨਾਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਖੁਸ਼ੀ ਸੀ ਤੇ ਉਸ ਲੜਕੀ ਦਾ ਚਿਹਰਾ ਸ਼ਰਮ ਨਾਲ ਗੁਲਾਬੀ ਹੋ ਰਿਹਾ ਸੀ। ਉਹ ਲੜਕੀ ਬਹੁਤ ਜ਼ਿਆਦਾ ਸੋਹਣੀ ਸੀ। ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਮੇਰੀ ਮਾਂ ਨੇ ਮਨਾ ਕਰ ਦਿੱਤਾ ਹੋਵੇਗਾ ਕਿ ਤੂੰ ਉਸ ਕਮਰੇ 'ਚੋਂ ਬਾਹਰ ਆਉਣ ਤੋਂ ਬਾਅਦ ਕਿਸੇ ਨਾਲ ਗੱਲ ਨਾ ਕਰੀਂ, ਜਾਂ ਫਿਰ ਉਸ ਦੇ ਖੁਦ ਹੀ ਸਾਡੇ ਨਾਲ ਗੱਲ ਨਹੀਂ ਕੀਤੀ। ਖੈਰ, ਉਹ ਸਾਰੀਆਂ ਔਰਤਾਂ ਵਿਚਕਾਰੋਂ ਨਿਕਲ ਕੇ ਸਾਡੇ ਘਰੋਂ ਚਲੀ ਗਈ ਤੇ ਫਿਰ ਉਹੀ ਹੋਇਆ ਜੋ ਮਾਂ ਨੇ ਕਿਹਾ ਸੀ। ਅਗਲੇ 2 ਦਿਨਾਂ ਬਾਅਦ ਉਸਦਾ ਵਿਆਹ ਹੋ ਗਿਆ। ਪਰ ਇਸ ਵਾਰ ਵੀ ਹੈਰਾਨੀ ਦੀ ਗੱਲ ਸੀ ਕਿ ਉਸ ਵਿਆਹ ਦਾ ਪੂਰੇ ਪਿੰਡ 'ਚ ਕਿਸੇ ਨੂੰ ਪਤਾ ਨਹੀਂ ਲੱਗਿਆ। ਸੀਮਾ ਤੋਂ ਬਾਅਦ ਇਹ ਦੂਜੀ ਲੜਕੀ ਸੀ ਜਿਸ ਦਾ ਵਿਆਹ ਹੋਣ ਤੋਂ ਬਾਅਦ ਉਸਦੇ ਲਾੜੇ ਨੂੰ ਨਾ ਕਿਸੇ ਨੇ ਦੇਖਿਆ ਸੀ, ਨਾ ਕਿਸੇ ਨੇ ਕੁਝ ਸੁਣਿਆ ਸੀ। ਇਹ ਲੜਕੀ ਜਿਸ ਦਾ ਨਾਮ ਆਰਤੀ ਸੀ, ਵਿਆਹ ਤੋਂ ਬਾਅਦ ਪਿੰਡ ਤੋਂ ਦੂਰ ਚਲੀ ਗਈ ਤੇ ਅਸੀਂ ਸਾਰੇ ਫਿਰ ਤੋਂ ਦੇਖਦੇ ਹੀ ਰਹਿ ਗਏ। ਹੁਣ ਤਾਂ ਪੂਰੇ ਪਿੰਡ 'ਚ ਇਹ ਗੱਲ ਮਸ਼ਹੂਰ ਹੋ ਚੁੱਕੀ ਸੀ ਕਿ ਹੇਮਾ ਦੇ ਘਰ ਜੋ ਕਮਰਾ ਹੈ ਉੱਥੇ ਜਾਂਦੇ ਹੀ ਦੂਜੇ ਦਿਨ ਲੜਕੀਆਂ ਦਾ ਵਿਆਹ ਹੋ ਜਾਂਦਾ ਹੈ। ਫਿਰ ਦੂਰ ਦੂਰ ਤੋਂ ਲੜਕੀਆਂ ਮੇਰੀ ਮਾਂ ਕੋਲ ਆਉਣ ਲੱਗੀਆਂ, ਪਰ ਮਾਂ ਹਰ ਕਿਸੇ ਲੜਕੀ ਨੂੰ ਉਸ ਕਮਰੇ 'ਚ ਨਹੀਂ ਭੇਜਦੀ ਸੀ। ਸਿਰਫ ਉਸ ਲੜਕੀ ਨੂੰ ਚੁਣ ਕੇ ਭੇਜਦੀ ਸੀ ਜਿਸ ਨਾਲ ਉਹ ਇਕੱਲੀ ਗੱਲਬਾਤ ਕਰਦੀ। ਪਤਾ ਨਹੀਂ ਉਹ ਅਜਿਹਾ ਕਿਹੜੀ ਰਾਜ਼ ਦੀ ਗੱਲ ਸੀ ਜੋ ਮਾਂ ਉਸ ਲੜਕੀ ਨਾਲ ਕਰਦੀ ਸੀ ਤਾਂ ਕਿਤੇ ਜਾ ਕੇ ਉਹ ਉਸ ਲੜਕੀ ਨੂੰ ਕਮਰੇ 'ਚ ਭੇਜਦੀ ਤੇ ਕੁਝ ਦਿਨਾਂ ਬਾਅਦ ਹੀ ਉਸ ਦਾ ਵਿਆਹ ਹੋ ਜਾਂਦਾ ਸੀ। ਮੈਂ ਵੀ ਹੁਣ ਇਰਾਦਾ ਕਰ ਲਿਆ ਸੀ ਕਿ ਮੈਂ ਆਪਣੀ ਸਹੇਲੀ ਦੀ ਗੱਲ ਦਾ ਜਵਾਬ ਦੇ ਕੇ ਰਹਾਂਗੀ ਤੇ ਉਸ ਕਮਰੇ ਜਾ ਕੇ ਆਪਣੇ ਵਿਆਹ ਦਾ ਸੁਪਨਾ ਪੂਰਾ ਕਰਾਂਗੀ। ਪਰ ਅਜਿਹਾ ਕਰਨ ਲਈ ਮੈਨੂੰ ਮੇਰੀ ਮਾਂ ਨੂੰ ਧੋਖਾ ਦੇਣਾ ਪੈਂਦਾ, ਉਸਨੂੰ ਰਸਤੇ 'ਚੋਂ ਹਟਾਉਣਾ ਸੀ ਕਿਉਂਕਿ ਮਾਂ ਨੇ ਮੈਨੂੰ ਸਖਤੀ ਨਾਲ ਇਸ ਕਮਰੇ ਜਾਣ ਤੋਂ ਮਨਾ ਕਰ ਰੱਖਿਆ ਸੀ ਕਿ ਕੁਝ ਵੀ ਹੋ ਜਾਵੇ ਤੂੰ ਇਸ ਕਮਰੇ ਤੱਕ ਨਹੀਂ ਜਾਣਾ। ਮੈਂ ਵੀ ਮਾਂ ਦੀ ਹਾਂ 'ਚ ਹਾਂ ਲਾ ਦਿੱਤੀ ਤੇ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਮੈਂ ਇਸ ਕਮਰੇ ਨੂੰ ਹੁਣ ਨਹੀਂ ਜਾਣਾ ਚਾਹੁੰਦੀ। ਪਰ ਅਸਲ ਗੱਲ ਇਹ ਸੀ ਕਿ ਮਾਂ ਹਰ ਸਮੇਂ ਉਸ ਕਮਰੇ ਦੇ ਅੱਗੇ ਬੈਠੀ ਰਹਿੰਦੀ ਸੀ ਤੇ ਔਰਤਾਂ ਲਈ ਪੂਜਾ ਪਾਠ ਕਰਦੀ ਰਹਿੰਦੀ। ਇਸੇ ਕਰਕੇ ਮੈਂ ਉਹਨਾਂ ਦੀਆਂ ਨਜ਼ਰਾਂ ਤੋਂ ਲੁਕ ਨਹੀਂ ਸਕਦੀ ਸੀ ਤੇ ਫਿਰ ਉਹ ਨੌਕਰਾਨੀ ਮੇਰੀ ਮਾਂ ਦੀ ਬਹੁਤ ਖਾਸ ਸੀ। ਉਹਨਾਂ ਦੀ ਹਰ ਗੱਲ ਮੰਨਦੀ ਸੀ ਤੇ ਉਹਨਾਂ ਨੂੰ ਹਰ ਗੱਲ ਦੱਸਦੀ ਸੀ। ਮੇਰੀ ਕੋਈ ਵੀ ਗੱਲ ਨਹੀਂ ਸੁਣਦੀ ਸੀ। ਮੈਂ ਇਹਨਾਂ ਦੋਵਾਂ ਦੀ ਨਜ਼ਰ ਤੋਂ ਲੁਕ ਕੇ ਉਸ ਕਮਰੇ ਜਾਣਾ ਸੀ, ਪਰ ਇਹ ਗੱਲ ਮੈਂ ਸਪਨਾ ਤੋਂ ਨਹੀਂ ਲੁਕਾ ਸਕੀ। ਸਪਨਾ ਮੇਰੀ ਭੂਆ ਦੀ ਬੇਟੀ ਸੀ ਤੇ ਮੈਂ ਉਸ ਨਾਲ ਖੇਡਦੀ ਵੱਡੀ ਹੋਈ ਸੀ। ਮੈਂ ਉਸ ਨੂੰ ਕਮਰੇ ਜਾਣ ਵਾਲੀ ਗੱਲ ਦੱਸੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਬਹੁਤ ਪਾਗਲ ਹੈ। ਜੇਕਰ ਤੈਨੂੰ ਇਸ ਗੱਲ ਤੇ ਵਿਸ਼ਵਾਸ ਹੈ ਕਿ ਕਮਰੇ ਜਾਣ ਨਾਲ ਤੇਰਾ ਵਿਆਹ ਹੋ ਸਕਦਾ ਹੈ ਤਾਂ ਤੈਨੂੰ ਕਿਸੇ ਹੋਰ ਦਿਨ ਇਸ ਕਮਰੇ ਜਾਣਾ ਚਾਹੀਦਾ ਹੈ। ਤੂੰ ਕਿਹੜਾ ਇਸ ਘਰ 'ਚ ਪਰਾਈ ਹੈ। ਹਰ ਸਮੇਂ ਤਾਂ ਅਸੀਂ ਇੱਥੇ ਰਹਿੰਦੇ ਹਾਂ। ਉਸ ਦਿਨ ਇਸ ਕਮਰੇ 'ਚ ਨਾ ਜਾਈਂ ਜਦੋਂ ਇਹ ਕਮਰਾ ਖੁੱਲ੍ਹਿਆ ਜਾਂਦਾ ਹੈ। ਸਗੋਂ ਅਸੀਂ ਕਿਸੇ ਹੋਰ ਦਿਨ ਇਸ ਕਮਰੇ ਜਾਵਾਂਗੇ ਤਾਂ ਕਿ ਸਾਨੂੰ ਸਾਰੀ ਸੱਚਾਈ ਪਤਾ ਲੱਗ ਸਕੇ। ਸਪਨਾ ਬਿਲਕੁਲ ਸਹੀ ਕਹਿ ਰਹੀ ਸੀ। ਜਦੋਂ ਮਾਂ ਦੇ ਆਸ-ਪਾਸ ਔਰਤਾਂ ਹੀ ਔਰਤਾਂ ਹੁੰਦੀਆਂ ਸਨ ਤਾਂ ਮੈਨੂੰ ਇਸ ਕਮਰੇ 'ਚ ਨਹੀਂ ਜਾਣਾ ਚਾਹੀਦਾ ਸੀ। ਫਿਰ ਅਸੀਂ ਮੰਗਲਵਾਰ ਦੀ ਥਾਂ ਬੁੱਧਵਾਰ ਦੇ ਦਿਨ ਇਸ ਕਮਰੇ ਜਾਣ ਦਾ ਸੋਚਿਆ। ਉਸ ਦਿਨ ਮੈਂ ਤੇ ਸਪਨਾ ਨੇ ਬਹੁਤ ਹੀ ਮੁਸ਼ਕਿਲ ਨਾਲ ਇਸ ਕਮਰੇ ਦੀ ਚਾਬੀ ਚੋਰੀ ਕੀਤੀਆਂ। ਇਸ ਕਮਰੇ ਤੇ ਇੱਕ ਵੱਡਾ ਸਾਰਾ ਤਾਲਾ ਲੱਗਿਆ ਹੁੰਦਾ ਸੀ। ਬਹੁਤ ਮੁਸ਼ਕਿਲ ਨਾਲ ਚਾਬੀਆਂ ਲੱਭਣ ਤੋਂ ਬਾਅਦ ਜਦੋਂ ਅਸੀਂ ਇਸ ਕਮਰੇ ਤੱਕ ਪਹੁੰਚੇ ਤਾਂ ਸਾਡਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਸਾਨੂੰ ਕੁਝ ਨਹੀਂ ਪਤਾ ਸੀ ਕਿ ਇਸ ਕਮਰੇ 'ਚ ਕੀ ਹੋਵੇਗਾ ਤੇ ਡਰ ਵੀ ਲੱਗ ਰਿਹਾ ਸੀ ਕਿ ਜੇਕਰ ਕਮਰੇ ਦੇ ਅੰਦਰ ਕੋਈ ਹੋਇਆ ਤਾਂ ਅਸੀਂ ਕੀ ਕਰਾਂਗੇ। ਮੈਂ ਕਮਰੇ ਦਾ ਦਰਵਾਜ਼ਾ ਆਰਾਮ ਨਾਲ ਖੋਲ੍ਹਿਆ। ਇਹ ਜਾਣ ਕੇ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਕਿ ਇਸ ਕਮਰੇ 'ਚ ਇੱਕ ਮੋਟੀ ਜਿਹੀ ਦੀਵਾਰ ਸੀ। ਇਸ ਦੇ ਦੂਜੇ ਪਾਸੇ ਮੈਨੂੰ ਕਿਸੇ ਦੇ ਹੋਣ ਦਾ ਅਹਿਸਾਸ ਹੋ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਦੀਵਾਰ ਦੇ ਦੂਜੇ ਪਾਸੇ ਝਾਕ ਕੇ ਕੁਝ ਦੇਖਦੀ, ਮੇਰੀ ਮਾਂ ਨੂੰ ਮੇਰੇ ਕਮਰੇ 'ਚ ਆਉਣ ਦੀ ਖਬਰ ਹੋ ਗਈ ਤੇ ਉਹ ਭੱਜ ਕੇ ਕਮਰੇ ਤੱਕ ਆ ਗਈ ਤੇ ਮੇਰੇ ਤੋਂ ਬਹੁਤ ਜ਼ਿਆਦਾ ਗੁੱਸਾ ਕਰਨ ਲੱਗੀ। ਕਹਿਣ ਲੱਗੀ ਕਿ ਤੂੰ ਇੱਥੇ ਕੀ ਕਰ ਰਹੀ ਹੈ। ਭਗਵਾਨ ਤੈਨੂੰ ਮਾਫ ਕਰੇ। ਜਦੋਂ ਤੈਨੂੰ ਮੈਂ ਮਨਾ ਕੀਤਾ ਸੀ ਕਿ ਇਸ ਕਮਰੇ 'ਚ ਨਹੀਂ ਆਉਣਾ ਤਾਂ ਕੀ ਕਰਨ ਆਈ ਹੈ ਇੱਥੇ। ਬਾਹਰ ਨਿਕਲ ਇੱਥੋਂ। ਆਪਣੀ ਮਾਂ ਨੂੰ ਇਸ ਹਾਲਤ ਚੀਕਦਾ ਦੇਖ ਮੇਰੀ ਤੇ ਸਪਨਾ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਅਸੀਂ ਸੋਚਿਆ ਵੀ ਨਹੀਂ ਸੀ ਕਿ ਮਾਂ ਨੂੰ ਇੰਨੀ ਛੇਤੀ ਇਸ ਕਾਰਨਾਮੇ ਬਾਰੇ ਪਤਾ ਲੱਗ ਜਾਵੇਗਾ। ਆਪਣੀ ਮਾਂ ਦੇ ਹੱਥੋਂ ਬੁਰੇ ਤਰੀਕੇ ਨਾਲ ਕੁੱਟ ਖਾਣ ਤੋਂ ਬਾਅਦ ਅਸੀਂ ਇਸ ਕਮਰੇ 'ਚੋਂ ਬਾਹਰ ਆਈਆਂ, ਪਰ ਅਸੀਂ ਹਿੰਮਤ ਨਹੀਂ ਹਾਰੀਆਂ। ਸਪਨਾ ਕਹਿਣ ਲੱਗੀ ਤੂੰ ਫਿਕਰ ਨਾ ਕਰ, ਮੈਂ ਇਸ ਗੱਲ ਦਾ ਕੋਈ ਹੋਰ ਹੱਲ ਕੱਢਦੀ ਹਾਂ। ਹੁਣ ਅਸੀਂ ਮੰਗਲਵਾਰ ਨੂੰ ਹੀ ਵਿਆਹ ਵਾਲੇ ਕਮਰੇ 'ਚ ਜਾਵਾਂਗੇ ਤਾਂ ਕਿ ਸਾਨੂੰ ਇਸ ਗੱਲ ਦਾ ਪਤਾ ਲੱਗੇ ਜੋ ਸਾਡੇ ਤੋਂ ਲੁਕਾਈ ਜਾ ਰਹੀ ਹੈ। ਉਸ ਦੀ ਗੱਲ ਮੈਨੂੰ ਠੀਕ ਲੱਗੀ। ਮੈਂ ਵੀ ਵਿਆਹ ਵਾਲੇ ਕਮਰੇ ਜਾਣ ਦਾ ਫੈਸਲਾ ਮੰਗਲਵਾਰ ਨੂੰ ਕਰ ਲਿਆ ਸੀ। ਮਾਂ ਵੀ 3 ਦਿਨ 'ਚ ਇਹ ਗੱਲ ਭੁੱਲ ਗਈ ਤੇ ਮੈਨੂੰ ਸਖਤੀ ਨਾਲ ਮਨਾ ਕੀਤਾ
ਕਿ ਮੈਂ ਦੁਬਾਰਾ ਇਸ ਕਮਰੇ ਤੱਕ ਨਾ ਜਾਵਾਂ। ਮੰਗਲਵਾਰ ਨੂੰ ਸਪਨਾ ਮੈਨੂੰ ਕਹਿਣ ਲੱਗੀ ਕਿ ਉਹ ਮੇਰਾ ਸਾਥ ਜ਼ਰੂਰ ਦੇਵੇਗੀ। ਉਸਨੇ 2-3 ਔਰਤਾਂ ਨੂੰ ਇਸ਼ਾਰਾ ਕੀਤਾ ਤਾਂ ਪਤਾ ਨਹੀਂ ਕੀ ਭਾਜੜ ਮੱਚੀ। ਸਪਨਾ ਨੇ ਉਹਨਾਂ ਨੂੰ ਕੀ ਦੇਖਣ ਲਈ ਬੁਲਾ ਲਿਆ ਕਿ ਉਹ ਔਰਤਾਂ ਇੱਕਦਮ ਬੇਚੈਨ ਹੋ ਕੇ ਦਰਵਾਜ਼ੇ ਦੇ ਅੱਗੇ ਹਟ ਗਈਆਂ ਤੇ ਉਹਨਾਂ ਔਰਤਾਂ 'ਚ ਮੇਰੀ ਮਾਂ ਦੀ ਨੌਕਰਾਨੀ ਵੀ ਸੀ, ਜੋ ਹਰ ਸਮੇਂ ਇਸ ਕਮਰੇ ਦੇ ਬਾਹਰ ਖੜੀ ਹੋ ਕੇ ਪਹਿਰਾ ਦਿੰਦੀ ਸੀ। ਸਪਨਾ ਨੇ ਆਪਣੀ ਚਲਾਕੀ ਦਿਖਾ ਕੇ ਉਸ ਨੂੰ ਉੱਥੋਂ ਹਟਾ ਦਿੱਤਾ। ਉਸੇ ਸਮੇਂ ਮੇਰੀ ਮਾਂ ਦੀ ਚੁੰਨੀ ਹੋਈ ਉਹ ਇੱਕ ਲੜਕੀ ਅਤੇ ਉਸਦੀ ਮਾਂ ਵਿਆਹ ਵਾਲੇ ਕਮਰੇ 'ਚੋਂ ਬਾਹਰ ਆ ਗਈਆਂ। ਮੈਂ ਉਸੇ ਸਮੇਂ ਮੌਕਾ ਮਿਲਦਿਆਂ ਹੀ ਉਸ ਕਮਰੇ ਦੇ ਅੰਦਰ ਚਲੀ ਗਈ। ਜਦੋਂ ਮੈਂ ਕਮਰੇ 'ਚ ਗਈ ਤਾਂ ਇਸ ਦੀਵਾਰ ਨੂੰ ਹਟਾਉਣਾ ਸੌਖਾ ਸੀ, ਕਿਉਂਕਿ ਇਹ ਲੱਕੜ ਦੇ ਦਰਵਾਜ਼ਿਆਂ ਦੀ ਬਣੀ ਹੋਈ ਸੀ। ਜਿਵੇਂ ਹੀ ਮੈਂ ਇੱਕ ਦਰਵਾਜ਼ਾ ਪਲਟ ਕੇ ਅੱਗੇ ਵੱਲ ਕੀਤਾ ਤੇ ਸ਼ੀਸ਼ੇ ਵੱਲ ਦੇਖਿਆ ਤਾਂ ਮੇਰੀ ਚੀਖ ਨਿਕਲਦੇ ਰਹਿ ਗਈ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਸ ਕਮਰੇ 'ਚ ਇਹ ਦ੍ਰਿਸ਼ ਦੇਖਣ ਨੂੰ ਮਿਲੇਗਾ। ਮੈਨੂੰ ਦੂਜੇ ਪਾਸਿਓਂ ਵੀ ਹੈਰਾਨੀ ਦਾ ਸਾਹਮਣਾ ਕਰਨਾ ਪਿਆ। ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਦੋਸਤੋ, ਜੇਕਰ ਤੁਸੀਂ ਇਸ ਕਹਾਣੀ ਦਾ ਬਾਕੀ ਹਿੱਸਾ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ। ਧੰਨਵਾਦ।